11th ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਆਪਾਂ ਅੱਜ ਇਤਿਹਾਸ ਦਾ ਪਾਠ ਨੰਬਰ 5 ਗੁਪਤ ਕਾਲ ਦਾ ਏਜ ਆਫ ਦਾ ਗੁਪਤਾਜ਼, ਇਹ ਪਾਠ ਅੱਜ ਆਪਾਂ ਕਰਾਂਗੇ। ਔਰ ਬੇਟੇ ਇਹ ਪਾਠ ਬਹੁਤ ਜ਼ਿਆਦਾ ਮਹੱਤਵਪੂਰਨ ਪਾਠ ਹੈ। ਇਸ ਪਾਠ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੇ ਪ੍ਰਸ਼ਨ ਆਉਣਗੇ। ਤਾਂ ਤੁਸੀਂ ਸੁਣਿਆ ਹੋਣਾ ਕਿ ਭਾਰਤ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਤਾਂ ਭਾਰਤ ਨੂੰ ਸੋਨੇ ਦੀ ਚਿੜੀਆ ਬੇਟੇ ਗੁਪਤ ਕਾਲ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਹਰ ਇੱਕ ਜਿਹੜਾ ਕਹਿ ਲਓ ਫੀਲਡ ਦੇ ਵਿੱਚ ਵਿਕਾਸ ਹੋਇਆ ਸੀ, ਜਿਸ ਕਰਕੇ ਭਾਰਤ ਜਿਹੜੀਆਂ ਉਚਾਈਆਂ ਦੀਆਂ ਨਵੀਆਂ ਜਿਹੜੀਆਂ ਸਿਖਰਾਂ ਛੋਹ ਰਿਹਾ ਸੀ। ਤਾਂ ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਸੀ ਕਿ ਭਾਰਤ ਸੋਨੇ ਦੀ ਚਿੜੀ ਹੈ। ਤਾਂ ਉਹ ਗੁਪਤ ਕਾਲ ਦੇ ਵਿੱਚ ਹੀ ਜਿਹੜੇ ਨਵੇਂ ਭਵਨ ਨਿਰਮਾਣ ਕਲਾ, ਚਾਹੇ ਉਹ ਟੈਕਨੋਲੋਜੀ, ਚਾਹੇ ਹੋਰ ਕਿਸੇ ਵੀ ਫੀਲਡ ਦੇ ਵਿੱਚ ਵਿਕਾਸ ਹੋਇਆ ਹੈ, ਉਸ ਕਰਕੇ ਆਪਾਂ ਇਸ ਨੂੰ ਜਿਹੜਾ ਕੀ ਹੈ ਸਭ ਤੋਂ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਵੀ ਕਹਿ ਕੇ ਬੁਲਾਉਂਦੇ ਹਾਂ। ਤਾਂ ਗੁਪਤ ਕਾਲ ਬਾਰੇ ਬੇਟੇ ਆਪਾਂ ਪੜ੍ਹਦੇ ਹਾਂ ਤਾਂ ਮੌਰੀਆ ਸਾਮਰਾਜ ਦੇ ਪਤਨ। ਤਾਂ ਪਿਛਲਾ ਪਾਠ ਆਪਾਂ ਕਿਹੜਾ ਸੀ? ਮੌਰੀਆ ਸਾਮਰਾਜ, ਜਿਹਦੇ ਵਿੱਚ ਆਪਾਂ ਅਸ਼ੋਕ ਧਰਮ ਦੇ ਬਾਰੇ ਪੜ੍ਹਿਆ ਸੀ, ਅਸ਼ੋਕ ਦੇ ਬਾਰੇ ਪੜ੍ਹਿਆ ਸੀ। ਤਾਂ ਪਤਨ ਅਤੇ ਗੁਪਤ ਸਾਮਰਾਜ ਦੇ ਉਥਾਨ ਵਿਚਕਾਰ ਭਾਰਤ ਵਿੱਚ ਮਹੱਤਵਪੂਰਨ ਰਾਜਨੀਤਿਕ ਤਬਦੀਲੀਆਂ ਦੀ ਵਿਆਖਿਆ ਕਰੋ। ਤਾਂ ਬੇਟੇ ਸਭ ਤੋਂ ਜਿਹੜੀ ਮੌਰੀਆ ਡਾਇਨੈਸਟੀ ਬਹੁਤ ਜ਼ਿਆਦਾ ਜਿਹੜੀ ਸ਼ਕਤੀਸ਼ਾਲੀ ਸੀ। ਉਸ ਤੋਂ ਬਾਅਦ ਜਿਹੜੀ ਡਾਇਨੈਸਟੀ ਜਾਂ ਜਿਹੜਾ ਰਾਜਵੰਸ਼ ਆਇਆ ਸੀ ਤਾਂ ਉਹ ਗੁਪਤ ਕਾਲ ਸੀ। ਪਰ ਮੌਰੀਆ ਸਾਮਰਾਜ ਦੇ ਪਤਨ ਅਤੇ ਗੁਪਤ ਕਾਲ ਦੇ ਉਥਾਨ ਦੇ ਵਿਚਕਾਰ ਕੀ ਕੁਝ ਹੋਇਆ, ਉਹਦੇ ਬਾਰੇ ਅੱਜ ਆਪਾਂ ਪੜ੍ਹਦੇ ਹਾਂ। ਕਹਿੰਦੇ ਅਸ਼ੋਕ ਦੀ ਮੌਤ ਤੋਂ ਜਲਦੀ ਬਾਅਦ ਹੀ ਮੌਰੀਆ ਸਾਮਰਾਜ ਦਾ ਪਤਨ ਅਤੇ ਟੁੱਟ ਭੱਜ ਸ਼ੁਰੂ ਹੋ ਗਈ। ਚੌਥੀ ਸਦੀ ਦੇ ਆਰੰਭ ਵਿੱਚ ਗੁਪਤ ਸਾਮਰਾਜ ਉਭਰਨ ਲੱਗਾ। ਇਸ ਲਈ ਅਸੀਂ ਦੇਖਦੇ ਹਾਂ ਕਿ ਇਹਨਾਂ ਦੋਵਾਂ ਸਾਮਰਾਜਾਂ ਵਿਚਕਾਰ ਲਗਭਗ 500 ਸਾਲਾਂ ਦਾ ਅੰਤਰ ਹੈ। ਤਾਂ ਬੇਟੇ 500 ਸਾਲ ਦੇਖੋ ਬੇਟੇ, ਕਾਫੀ ਵੱਡਾ ਸਮਾਂ ਜਿਹੜਾ ਸੀ ਦੋਨਾਂ ਸਾਮਰਾਜ ਦੇ ਵਿੱਚ, ਮਤਲਬ ਮੌਰੀਆ ਦੇ ਪਤਨ ਔਰ ਗੁਪਤ ਸਾਮਰਾਜ ਦੇ ਉਥਾਨ ਦੇ ਵਿੱਚ 500 ਸਾਲ ਦਾ ਅੰਤਰ ਸੀ। ਇਹਨਾਂ 500 ਸਾਲਾਂ ਵਿੱਚ ਦੇਸ਼ ਵਿੱਚ ਅਨੇਕਾਂ ਮਹੱਤਵਪੂਰਨ ਪਰਿਵਰਤਨ ਹੋਏ। ਇਹ ਪਰਿਵਰਤਨ ਜਿੱਥੇ ਇੱਕ ਪਾਸੇ ਉਹਨਾਂ ਦੇ ਸਮਾਜਿਕ ਅਤੇ ਸੰਸਕ੍ਰਿਤਿਕ ਜੀਵਨ ਨਾਲ ਸੰਬੰਧਿਤ ਸਨ, ਉੱਥੇ ਇਹਨਾਂ ਦਾ ਸੰਬੰਧ ਰਾਜਨੀਤਿਕ ਖੇਤਰ ਨਾਲ ਵੀ ਸੀ। ਤਾਂ ਰਾਜਨੀਤਿਕ ਪਰਿਵਰਤਨ ਦੇ ਗੁਪਤ ਸਾਮਰਾਜ ਲਈ ਪਿੱਠ ਭੂਮੀ ਤਿਆਰ ਕੀਤੀ। ਇਹਨਾਂ ਪਰਿਵਰਤਨਾਂ ਦਾ ਵਰਣਨ ਇਸ ਪ੍ਰਕਾਰ ਹੈ। ਤਾਂ ਬੇਟੇ ਕਿਹੜੇ ਕਿਹੜੇ ਉਸ ਸਮੇਂ ਸਮਾਜਿਕ, ਧਾਰਮਿਕ, ਰਾਜਨੀਤਿਕ ਪਰਿਵਰਤਨ ਹੋਏ? ਤਾਂ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਬੇਟਾ ਜਿਹੜਾ ਪੁਆਇੰਟ ਕਰਾਂਗੇ ਉਹ ਹੈ ਮਗਧ ਵਿੱਚ ਮੌਰੀਆ ਵੰਸ਼ ਦੇ ਵਾਰਿਸ। ਤਾਂ ਬੇਟੇ ਆਪਾਂ ਕਿਹਾ ਸੀ ਮਗਧ ਜਿਹੜਾ ਹੈਗਾ, ਜਿਹੜਾ ਅਸ਼ੋਕ 232 ਈਸਵੀ ਪੂਰਵ ਵਿੱਚ ਮੌਤ ਹੋਈ ਸੀ ਅਸ਼ੋਕ ਦੀ। ਉਸ ਦੇ ਵਾਰਸਾਂ ਦੀ ਕਮਜ਼ੋਰੀ ਦੇ ਕਾਰਨ ਉਪ ਰਾਜਾ ਆਪਣੇ ਖੇਤਰ ਵਿੱਚ ਸਵੈ ਸੁਤੰਤਰ ਬਣ ਗਏ। ਨਤੀਜੇ ਵਜੋਂ ਸਾਮਰਾਜ ਦੇ ਤੇਜ਼ੀ ਨਾਲ ਟੁੱਟ ਭੱਜ ਹੋਣ ਲੱਗੀ। ਮੌਰੀਆ ਵੰਸ਼ ਦਾ ਰਾਜ ਅਸ਼ੋਕ ਦੀ ਮੌਤ ਮਗਰੋਂ ਅੱਧੀ ਸਦੀ ਤੱਕ ਹੀ ਸਥਿਰ ਰਿਹਾ ਹੋਵੇਗਾ। 180 ਪੂਰਵ ਈਸਾ ਪੂਰਵ ਵਿੱਚ ਅਸ਼ੋਕ ਦੇ ਆਖਰੀ ਵਾਰਸ ਦੀ ਹੱਤਿਆ ਹੋ ਗਈ ਸੀ। ਤਾਂ ਬੇਟੇ ਮੌਰੀਆ ਵੰਸ਼ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਰਾਜਾ ਸੀ, ਜਿਹੜਾ ਅਖੀਰਲਾ ਰਾਜਾ ਸੀ, ਉਹ ਕੌਣ ਸੀ? ਜਿਹੜਾ ਅਸ਼ੋਕ। ਔਰ ਅਸ਼ੋਕ ਦੇ ਜਿਹੜੇ ਵਾਰਸ ਸੀ ਕਾਫੀ ਜ਼ਿਆਦਾ ਕਮਜ਼ੋਰ ਸੀ। ਤਾਂ ਅਸ਼ੋਕ ਦੇ ਵਾਰਸਾਂ ਦੀ ਹੱਤਿਆ ਕਰਨ ਵਾਲੇ ਦਾ ਨਾਂ ਪੁਸ਼ਯਮਿੱਤਰ ਸ਼ੁੰਗਾ, ਜਿਹੜੇ ਸ਼ੁੰਗ ਡਾਇਨੈਸਟੀ ਨਾਲ ਜਿਹੜੇ ਸੰਬੰਧ ਰੱਖਦਾ ਸੀ, ਉਹ ਇੱਕ ਬ੍ਰਾਹਮਣ ਸੀ। ਕਿਹਾ ਜਾਂਦਾ ਕਿ ਉਸਨੇ ਬੁੱਧਾਂ ਦੇ ਅਤਿਆਚਾਰ ਕੀਤੇ ਅਤੇ ਬ੍ਰਾਹਮਣਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ। ਪੁਸ਼ਯਮਿੱਤਰ ਨੇ ਸ਼ੁੰਗ ਨਾਂ ਦੇ ਇੱਕ ਨਵੇਂ ਰਾਜਵੰਸ਼ ਦੀ ਨੀਂਹ ਰੱਖੀ। ਉਸ ਦੇ ਵਾਰਸਾਂ ਨੇ ਲਗਭਗ 100 ਸਾਲ ਤੱਕ ਪਾਟਲੀਪੁੱਤਰ, ਜਿਹੜੀ ਬੇਟੇ ਰਾਜਧਾਨੀ ਸੀ ਮੌਰੀਆਜ਼ ਦੀ, ਤਾਂ ਪਾਟਲੀਪੁੱਤਰ 'ਤੇ ਜਿਹੜਾ ਕੀ ਸੀ ਗੱਦੀ 'ਤੇ ਮਗਧ 'ਤੇ ਸ਼ਾਸਨ ਕੀਤਾ। ਉਸ ਸਮੇਂ ਮਗਧ ਰਾਜ ਕੇਵਲ ਗੰਗਾ ਦੇ ਮੈਦਾਨ ਦੇ ਮੱਧ ਹਿੱਸੇ ਤੱਕ ਹੀ ਸੀਮਤ ਸੀ। ਉਸ ਦੇ ਪਿੱਛੇ ਮਗਧ ਵਿੱਚ ਕਣਵਾ ਨਾਂ ਦੇ ਰਾਜਵੰਸ਼ ਦੀ ਸਥਾਪਨਾ ਹੋਈ। ਅੱਧੀ ਸਦੀ ਤੋਂ ਬਾਅਦ ਅਰਥਾਤ 28 ਈਸਾ ਪੂਰਵ ਵਿੱਚ ਕਣਵਾ ਦਾ ਅੰਤ ਹੋ ਗਿਆ। ਇਸ ਤੋਂ ਬਾਅਦ ਮਗਧ ਰਾਜ ਦਾ ਮਹੱਤਵ ਘਟਦਾ ਹੀ ਗਿਆ, ਪਰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕਈ ਮਹੱਤਵਪੂਰਨ ਰਾਜ ਸਥਾਪਿਤ ਹੋ ਚੁੱਕੇ ਸਨ। ਤਾਂ ਪਹਿਲਾ ਸੀ ਬੇਟੇ ਪੁਆਇੰਟ ਮਗਧ ਵਿੱਚ ਮੌਰੀਆ ਵੰਸ਼ ਦੇ ਵਾਰਸ। ਤਾਂ ਅਗਲੇ ਜਿਹੜੇ ਪੁਆਇੰਟ ਨੇ ਬੇਟੇ ਉਹਨਾਂ ਵਿੱਚ ਆਪਾਂ ਕੀ ਕਰਾਂਗੇ? ਯੂਨਾਨੀ ਰਾਜ, ਗ੍ਰੀਕਸ। ਤੁਸੀਂ ਸੁਣਿਆ ਨਾ ਬੇਟੇ, ਅਸ਼ੋਕ ਦੀ ਮੌਤ ਤੋਂ ਥੋੜ੍ਹੇ ਚਿਰ ਮਗਰੋਂ ਇੱਕ ਮੌਰੀਆ ਰਾਜ ਕੁਮਾਰ ਨੇ ਗੰਧਾਰ ਪ੍ਰਦੇਸ਼ ਵਿੱਚ ਆਪਣੇ ਆਪ ਨੂੰ ਸੁਤੰਤਰ ਐਲਾਨ ਕਰ ਦਿੱਤਾ। ਲਗਭਗ ਉਸ ਸਮੇਂ ਨੇੜਲੇ ਬੈਕਟੀਰੀਆ ਅਤੇ ਪਾਰਥੀਆ ਵੀ ਸੈਲੂਕਸ ਦੇ ਵਾਰਸਾਂ ਤੋਂ ਸੁਤੰਤਰ ਹੋ ਗਏ ਸਨ। ਸੈਲੂਕਸ ਨਿਕੇਟਰ ਦੇ ਬਾਰੇ ਬੇਟੇ ਤੁਸੀਂ ਪੜ੍ਹਿਆ ਸੀ ਪਿਛਲੇ ਪਾਠ ਦੇ ਵਿੱਚ। ਇੱਥੋਂ ਦੇ ਯੂਨਾਨੀ ਸ਼ਾਸਕ ਡਿਮਿਟਰੀਅਸ ਨੇ ਗੰਧਾਰ ਪ੍ਰਦੇਸ਼ ਵੀ ਜਿੱਤ ਲਿਆ। ਬਾਅਦ ਵਿੱਚ ਉਸਨੇ ਦੱਖਣੀ ਅਫਗਾਨਿਸਤਾਨ ਅਤੇ ਮਕਰਾਨ ਪ੍ਰਦੇਸ਼ ਵੀ ਜਿੱਤ ਲਏ। ਇਹਨਾਂ ਪ੍ਰਦੇਸ਼ਾਂ ਨੂੰ ਯੂਨਾਨੀ ਕ੍ਰਮਵਾਰ ਆਕਰੋਸ਼ੀਆ ਅਤੇ ਜੈਡਰੋਸ਼ੀਆ ਕਹਿੰਦੇ ਸਨ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਅਸ਼ੋਕ ਦੀ ਮੌਤ ਤੋਂ 50 ਸਾਲ ਦੇ ਅੰਦਰ ਹੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਪ੍ਰਦੇਸ਼ਾਂ ਵਿੱਚ ਯੂਨਾਨੀਆਂ ਦੀ ਪ੍ਰਭੂਸੱਤਾ ਸਥਾਪਿਤ ਹੋ ਗਈ ਸੀ। ਇਹਨਾਂ ਪ੍ਰਦੇਸ਼ਾਂ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਯੂਨਾਨੀ ਰਾਜਾ ਮਿਨਾਂਡਰ ਸੀ ਬੇਟੇ। ਉਸ ਨੂੰ ਯੁੱਧ ਸਾਹਿਤ ਵਿੱਚ ਮਿਲਨ ਕਿਹਾ ਜਾਂਦਾ
ਸੀ। ਮਿਲਾਂਦ ਨੇ 155 ਤੋਂ 130 ਈਸਵੀ ਪੂਰਵ ਤੱਕ ਅਰਥਾਤ 25 ਸਾਲ ਸ਼ਾਸਨ ਕੀਤਾ। ਉਸ ਦੀ ਰਾਜਧਾਨੀ ਤਖਤਸ਼ਿਲਾ ਸੀ। ਉਸ ਨੇ ਸ਼ੁੰਗ ਰਾਜਿਆਂ ਨੂੰ ਗੰਗਾ ਦੇ ਮੈਦਾਨ ਤੋਂ ਉਖਾੜਨ ਦਾ ਅਸਫਲ ਯਤਨ ਕੀਤਾ ਸੀ। ਤਖਤਸ਼ਿਲਾ ਦੇ ਇੱਕ ਹੋਰ ਯੂਨਾਨੀ ਰਾਜਾ ਹੈਲੀਓਡੋਰਸ ਨੇ ਆਪਣੇ ਇੱਕ ਰਾਜਦੂਤ ਨੂੰ ਆਧੁਨਿਕ ਮੱਧ ਪ੍ਰਦੇਸ਼ ਵਿੱਚ ਸਥਿਤ ਬੇਸਨਗਰ ਜਿਹਨੂੰ ਵਿਦਿਸ਼ਾ ਕਿਹਾ ਜਾਂਦਾ ਬੇਟੇ ਦੇ ਸ਼ਾਸਕ ਕੋਲ ਭੇਜਿਆ ਸੀ। ਇਸ ਗੱਲ ਦੀ ਜਾਣਕਾਰੀ ਉਹ ਸਾਨੂੰ ਬੇਸਨਗਰ ਤੋਂ ਪ੍ਰਾਪਤ ਹੈਲੀਓਡੋਰਸ ਦੇ ਸਤੰਭ ਤੋਂ ਮਿਲਦੀ ਹੈ। ਇਸ ਸਤੰਭ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਹੈਲੀਓਡੋਰਸ ਵਾਸੂਦੇਵ ਅਰਥਾਤ ਵਿਸ਼ਨੂੰ ਦਾ ਭਗਤ ਸੀ। ਅੱਗੇ ਬੇਟੇ ਯੂਨਾਨੀ ਰਾਜ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸ਼ਕ ਰਾਜ। ਤਾਂ ਪਹਿਲੀ ਸਦੀ ਈਸਾ ਪੂਰਵ ਦੇ ਆਰੰਭ ਵਿੱਚ ਸ਼ਕ ਲੋਕਾਂ ਨੇ ਯੂਨਾਨੀਆਂ ਨੂੰ ਅਫਗਾਨਿਸਤਾਨ ਅਤੇ ਪੰਜਾਬ ਤੋਂ ਖਦੇੜ ਦਿੱਤਾ। ਸ਼ਕ ਮੱਧ ਏਸ਼ੀਆ ਦੇ ਖਾਨਾਬਦੋਸ਼ ਕਬੀਲਿਆਂ ਵਿੱਚੋਂ ਸਨ। ਉਹਨਾਂ ਨੂੰ ਉੱਥੋਂ ਯੂਚੀ ਲੋਕਾਂ ਨੇ ਕੱਢ ਦਿੱਤਾ ਸੀ ਅਤੇ ਹੁਣ ਸ਼ਕਾਂ ਨੇ ਯੂਨਾਨੀਆਂ 'ਤੇ ਦਬਾਅ ਪਾਇਆ ਅਤੇ ਉਹਨਾਂ ਨੂੰ ਪਹਿਲਾਂ ਬੈਕਟੀਰੀਆ ਤੋਂ ਅਤੇ ਬਾਅਦ ਵਿੱਚ ਭਾਰਤ ਦੇ ਉੱਤਰ ਪੱਛਮ ਵਿੱਚੋਂ ਕੱਢ ਦਿੱਤਾ। ਭਾਰਤ ਵਿੱਚ ਪਹਿਲਾ ਸ਼ਕ ਰਾਜਾ ਭੋਜ ਸੀ। ਸ਼ਕਾਂ ਦੇ ਆਰੰਭਿਕ ਰਾਜਿਆਂ ਵਿੱਚ ਸਭ ਤੋਂ ਪ੍ਰਸਿੱਧ ਗੋਂਡੋ ਫਰਨਾਂਡੀਜ਼ ਸੀ, ਜਿਸ ਦਾ ਕਾਲ ਪਹਿਲੀ ਸਦੀ ਦੇ ਪੂਰਬ ਮੱਧ ਵਿੱਚ ਸੀ। ਇਸ ਨਦੀ ਦੇ ਉੱਤਰ ਅੱਧ ਵਿੱਚ ਸ਼ਕਾਂ ਨੇ ਯੂਚੀ ਲੋਕਾਂ ਨੂੰ ਖਦੇੜ ਦਿੱਤਾ ਅਤੇ ਹੁਣ ਸ਼ਕ ਲੋਕਾਂ ਨੇ ਭਾਰਤ ਦੇ ਉੱਤਰ ਪੱਛਮੀ ਸੀਮਾ ਵਿੱਚ ਗੁਜਰਾਤ ਅਤੇ ਮਾਲਵਾ ਵੱਲ ਆਪਣਾ ਰਾਜ ਸਥਾਪਿਤ ਕੀਤਾ। ਉਹਨਾਂ ਦਾ ਸਭ ਤੋਂ ਪ੍ਰਸਿੱਧ ਰਾਜਾ ਰੁਦਰ ਦਮਨ ਸੀ। ਉਸ ਦਾ ਸ਼ਾਸਕ ਗੁਜਰਾਤ, ਮਾਲਵਾ ਅਤੇ ਪੱਛਮੀ ਰਾਜਸਥਾਨ 'ਤੇ ਸੀ। ਰੁਦਰ ਦਮਨ ਦੇ ਵਾਰਸ ਉਸ ਵਾਂਗ ਸ਼ਕਤੀਸ਼ਾਲੀ ਨਹੀਂ ਸਨ, ਪਰ ਫਿਰ ਵੀ ਗੁਜਰਾਤ ਵਿੱਚ ਉਹਨਾਂ ਦਾ ਰਾਜ ਲਗਭਗ 200 ਸਾਲ ਤੱਕ ਸਥਿਰ ਰਿਹਾ। ਸ਼ਕ ਅਤੇ ਗੁਪਤ ਵੰਸ਼ ਦੇ ਰਾਜਿਆਂ ਦੁਆਰਾ 5ਵੀਂ ਸਦੀ ਈਸਵੀ ਦੇ ਆਰੰਭ ਵਿੱਚ ਹੋਇਆ। ਅਗਲਾ ਬੇਟੇ ਮਹੱਤਵਪੂਰਨ ਨਵਾਂ ਰਾਜ ਸਥਾਪਿਤ ਹੋਇਆ ਸੀ ਉਹ ਸੀ ਕੁਸ਼ਾਨ। ਤਾਂ ਕੁਸ਼ਾਨ ਨੇ ਭਾਰਤ ਦੇ ਉੱਤਰ ਪੱਛਮੀ ਵਿੱਚ ਆਪਣੇ ਰਾਜ ਦੀ ਸਥਾਪਨਾ ਕੀਤੀ। ਇਹ ਰਾਜਵੰਸ਼ ਸਭ ਤੋਂ ਪ੍ਰਸਿੱਧ ਰਾਜਾ ਕਨਿਸ਼ਕ ਸੀ। ਉਸ ਦੀ ਰਾਜਧਾਨੀ ਪੁਰਸ਼ਪੁਰ ਪਿਸ਼ਾਵਰ ਸੀ। ਕਨਿਸ਼ਕ ਦਾ ਰਾਜ ਪਿਸ਼ਾਵਰ, ਬਨਾਰਸ ਅਤੇ ਸਾਂਚੀ ਤੱਕ ਫੈਲਿਆ ਹੋਇਆ ਸੀ। ਇਸ ਵਿੱਚ ਮਥੁਰਾ ਦੀ ਸ਼ਾਮਲ ਸੀ। ਮਥੁਰਾ ਨੂੰ ਕੁਸ਼ਾਨ ਰਾਜ ਦੀ ਦੂਸਰੀ ਰਾਜਧਾਨੀ ਸਮਝਿਆ ਜਾਂਦਾ ਸੀ। ਤਾਂ ਪਹਿਲੀ ਰਾਜਧਾਨੀ ਪਿਸ਼ਾਵਰ ਸੀ ਔਰ ਦੂਸਰੀ ਰਾਜਧਾਨੀ ਬੇਟੀ ਕਿਹੜੀ ਸੀ? ਮਥੁਰਾ। ਕਿਹਾ ਜਾਂਦਾ ਕਿ ਕਨਿਸ਼ਕ ਮੱਧ ਏਸ਼ੀਆ ਵਿੱਚ ਲੜਦਾ ਹੋਇਆ ਮਾਰਿਆ ਗਿਆ। ਉਹ ਬੁੱਧ ਧਰਮ ਦਾ ਮਹਾਨ ਸੰਰਖਕ ਸੀ। ਕਨਿਸ਼ਕ ਦੀ ਮੌਤ ਮਗਰੋਂ ਉਸ ਦੇ ਵਾਰਸਾਂ ਨੇ ਲਗਭਗ 100 ਸਾਲ ਤੱਕ ਸ਼ਾਸਨ ਕੀਤਾ। ਤੀਜੀ ਸਦੀ ਈਸਵੀ ਦੇ ਮੱਧ ਵਿੱਚ ਈਰਾਨ ਦੇ ਸਾਮਾਨੀ ਰਾਜਿਆਂ ਨੇ ਪਿਸ਼ਾਵਰ ਅਤੇ ਤਖਤਸ਼ਿਲਾ ਨੂੰ ਜਿੱਤ ਕੇ ਕੁਸ਼ਾਨਾਂ ਨੂੰ ਆਪਣੇ ਅਧੀਨ ਕਰ ਲਿਆ। ਅਗਲਾ ਬੇਟੇ ਹੈ ਰਾਜਾ ਖਾਰਵੇਲ। ਅਸ਼ੋਕ ਦੀ ਮੌਤ ਤੋਂ ਕੁਝ ਹੀ ਸਮੇਂ ਬਾਅਦ ਮੌਰੀਆ ਸਾਮਰਾਜ ਦਾ ਪੂਰਬੀ ਪ੍ਰਾਂਤ ਮੌਰੀਆ ਦੇ ਹੱਥਾਂ ਵਿੱਚੋਂ ਨਿਕਲ ਗਿਆ। ਇੱਥੋਂ ਦੇ ਕਲਿੰਗ ਪ੍ਰਦੇਸ਼ ਵਿੱਚ ਸੱਤਾ ਖਾਰਵੇਲ ਦੇ ਹੱਥ ਵਿੱਚ ਆ ਗਈ। ਹਾਥੀ ਗੁਫਾ ਅਭਿਲੇਖ ਤੋਂ ਪਤਾ ਚੱਲਦਾ ਹੈ ਕਿ ਉੱਥੋਂ ਦੇ ਜੈਨ ਧਰਮ ਦੇ ਸੰਰਖਕ ਸੀ। ਉਸ ਦੇ ਕਈ ਯੁੱਧ ਕੀਤੇ। ਉਸ ਨੇ ਭਾਰਤ ਦੇ ਉੱਤਰ ਪੱਛਮ ਵਿੱਚ ਯੂਨਾਨੀਆਂ 'ਤੇ ਹਮਲਾ ਕੀਤਾ ਅਤੇ ਦੱਖਣ ਵਿੱਚ ਪਾਂਡਿਆ ਰਾਜਿਆਂ ਨੂੰ ਹਰਾਇਆ। ਉਸ ਦਾ ਇਹ ਵੀ ਦਾਅਵਾ ਹੈ ਕਿ ਉਸਨੇ ਉੱਤਰ ਅਤੇ ਦੱਖਣ ਵਿੱਚ ਅਨੇਕਾਂ ਰਾਜਿਆਂ ਨੂੰ ਹਰਾਇਆ। ਖਾਰਵੇਲ ਨੂੰ ਪ੍ਰਾਚੀਨ ਉੜੀਸਾ ਦਾ ਸਭ ਤੋਂ ਮਹਾਨ ਰਾਜਾ ਮੰਨਿਆ ਜਾਂਦਾ ਹੈ। ਅੱਗੇ ਬੇਟੇ ਆ ਗਿਆ ਸਾਤਵਾਹਨ ਰਾਜਾ। ਅਸ਼ੋਕ ਦੀ ਮੌਤ ਦੇ ਕੁਝ ਹੀ ਸਮੇਂ ਬਾਅਦ ਹੀ ਵਿੰਧ ਪਰਬਤ ਦੇ ਦੱਖਣ ਦੇ ਇਲਾਕੇ ਮੌਰੀਆ ਤੋਂ ਖੁੱਸ ਗਏ। ਪੱਛਮੀ ਦੱਖਣ ਵਿੱਚ ਇੱਕ ਨਵੇਂ ਰਾਜ ਦਾ ਉਠਾਣ ਹੋਇਆ, ਜਿਸ ਦੇ ਸ਼ਾਸਕ ਸਾਤਵਾਹਨ ਦੇ ਨਾਂ ਨਾਲ ਪ੍ਰਸਿੱਧ ਹੋਏ। ਸਾਤਵਾਹਨ ਰਾਜ ਦੇ ਮੋਢੀਆਂ ਨੇ ਅਸ਼ੋਕ ਨੂੰ ਆਪਣੇ ਸ਼ਿਲਾਲੇਖ ਵਿੱਚ ਆਂਦਰ ਆਖਿਆ ਹੈ। ਸੰਭਵ ਹੈ ਕਿ ਮੌਰੀਆ ਸਮਰਾਟਾਂ ਦੇ ਅਧੀਨ ਅਧਿਕਾਰੀ ਰਹੇ ਸਨ। ਸਾਤਵਾਹਨ ਰਾਜਾ ਸ਼ਾਤਕਰਨੀ ਬੇਟੇ ਗੌਤਮੀ ਪੁੱਤਰ ਸ਼ਾਤਕਰਨੀ ਇਸ ਦਾ ਪੂਰਾ ਨਾਮ ਹੈ। ਇੰਨਾ ਸ਼ਕਤੀਸ਼ਾਲੀ ਸੀ ਕਿ ਖਾਰਵੇਲ ਵੀ ਉਸ ਨੂੰ ਹਰਾ ਨਾ ਸਕਿਆ। ਸ਼ਾਤਕਰਨੀ ਦੇ ਰਾਜ ਵਿੱਚ ਗੋਦਾਵਰੀ ਨਦੀ ਦੀ ਸੰਪੂਰਨ ਘਾਟੀ ਸ਼ਾਮਲ ਸੀ। ਅੱਗੇ ਬੇਟੇ ਦੱਖਣ ਦੇ ਰਾਜ। ਤਾਂ ਬੇਟੇ ਬਾਕੀ ਉੱਤਰ ਭਾਰਤ ਦਾ ਸਾਰਾ ਉਹਨਾਂ ਦੇ ਹੱਥੋਂ ਚਲਾ ਹੀ ਗਿਆ ਸੀ, ਮੌਰੀਆਜ਼ ਦੇ ਹੱਥੋਂ। ਹੁਣ ਕੀ ਦੱਖਣ ਦੇ ਰਾਜ ਵਿੱਚ ਸਾਤਵਾਹਨ ਸੱਤਾ ਦਾ ਪਤਨ ਤੀਜੀ ਸਦੀ ਈਸਵੀ ਤੱਕ ਸ਼ੁਰੂ ਹੋ ਚੁੱਕਾ ਸੀ। ਅਨੇਕਾਂ ਉਤਰਾਅ ਚੜਾਅ ਤੋਂ ਬਾਅਦ ਕੁਟੰਬ ਵੰਸ਼ ਦੇ ਦੱਖਣ ਪੱਛਮੀ ਪ੍ਰਦੇਸ਼ਾਂ ਵਿੱਚ ਸ਼ਕਤੀਸ਼ਾਲੀ ਬਣ ਗਿਆ। ਇੱਧਰ ਪੱਲਵਾ ਨੇ ਸਾਤਵਾਹਨ ਦੇ ਦੱਖਣੀ ਪੂਰਬੀ ਪ੍ਰਦੇਸ਼ਾਂ 'ਤੇ ਕਬਜ਼ਾ ਕਰ ਲਿਆ। ਪੱਲਵ ਰਾਜਿਆਂ ਦੀ ਰਾਜਧਾਨੀ ਕਾਂਚੀਪੁਰਮ ਸੀ। ਇਹ ਬੁੱਧ, ਜੈਨ, ਆਜੀਵਿਕ ਅਤੇ ਬ੍ਰਾਹਮਣਿਕ ਵਿੱਦਿਆ ਦੇ ਕੇਂਦਰ ਦੇ ਰੂਪ ਵਿੱਚ ਪ੍ਰਸਿੱਧ ਹੋਏ। ਪੱਲਵ ਵੰਸ਼ ਦੇ ਸ਼ਾਸਨ 6ਵੀਂ ਸਦੀ ਈਸਵੀ ਤੱਕ ਰਿਹਾ। ਤਾਂ ਬੇਟੇ ਇਹ ਪਾਠ ਸੀ ਜਿਹਦੇ ਵਿੱਚ ਆਪਾਂ ਪੜ੍ਹਿਆ ਕਿ ਕਿਵੇਂ ਮੌਰੀਆ ਸਾਮਰਾਜ ਦੇ ਪਤਨ ਤੋਂ ਬਾਅਦ ਕਿੰਨੇ ਛੋਟੇ ਛੋਟੇ ਰਾਜ ਸਥਾਪਿਤ ਹੋਏ ਔਰ ਉਸ ਤੋਂ ਬਾਅਦ ਉਹ ਗੁਪਤ ਰਾਜ ਦਾ ਉਸ ਤੋਂ ਬਾਅਦ ਉਥਾਨ ਹੁੰਦਾ ਹੈ, ਉਹਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ। ਤਾਂ ਇਹ ਸੀ ਬੇਟੇ ਅਗਲਾ ਸੈਸ਼ਨ ਆਪਾਂ ਅਗਲੇ ਸੈਸ਼ਨ ਦੇ ਵਿੱਚ ਬਾਕੀ ਦਾ ਪਾਠ ਕਰਾਂਗੇ। ਥੈਂਕ ਯੂ ਵੈਰੀ ਮਚ।